जी जनाब, सारे व्यूअर्स, मेरे फ्रेंड्स, मेरे फैंस जिन्ने आ उन्हां सारे नूं मैं दसना चाहांगी कि मेरे बहुत ही प्यारे दोस्त, बहुत ही टैलेंटेड गुलकार ने जेड़े उन्होंने एक चैनल खोलिया। ए देख रहे हो, ए लौरी तड़का ते ए जेड़ा एक गिफ्ट भी आया जनाब मैनू लौरी तड़के दा ते एदे च चाह मैं अपनी पाई है, उन्हां दी नहीं है। ते अमीन राजा साहब ने लौरी तड़के दे नाम तो एक चैनल खोलिया ते मैं चाहांगी कि तुसी सारे लोग उन्हें ज्यादा तो ज्यादा शेयर करो, सबसक्राइब करो ते ओनू लाइक करो, क्योंकि ਜਿਹੜੀ ਚੰਗੀ ਚੀਜ਼ ਹੈ ਉਹਨੂੰ ਵਧਾਉਣ ਵਾਸਤੇ ਉਹਦਾ ਵਧਾਵਾ ਕਰਨ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਲੋਕਾਂ ਨੂੰ ਖੁਸ਼ੀਆਂ ਵੰਡੋ। ਖੁਸ਼ੀਆਂ ਵੰਡਣ ਵਾਸਤੇ ਬਹੁਤ ਜ਼ਰੂਰੀ ਕਿ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਬਾਕੀ ਲੋਕ ਵੀ ਸਮਾਈਲ ਕਰਨ ਜਿੱਦਾਂ ਤੁਸੀਂ ਸਾਰੇ ਸਮਾਈਲ ਕਰਦੇ ਹੋ, ਜਿੱਦਾਂ ਮੈਂ ਸਮਾਈਲ ਕਰ ਰਹੀ ਹਾਂ। ਤੇ ਨੈਣਾ ਸੁਨੈਣਾ ਦੀ ਇਹ ਰਿਕੁਐਸਟ ਵੀ ਹੈ ਤੇ ਇਹ ਤੁਹਾਨੂੰ ਖੁਆਇਸ਼ ਵੀ ਕਹਿ ਸਕਦੇ ਹਾਂ ਕਿ ਮੈਂ ਚਾਹੁੰਦੀ ਹਾਂ ਕਿ ਇਹ ਜਿਹੜਾ ਚੈਨਲ ਹੈ ਇਹਨੂੰ ਅੱਲਾਹ ਤਾਲਾ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਦੇਵੇ। ਖੁਆਇਸ਼ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਪਹਿਲੇ ਨਹੀਂ ਸੁਣੀਆਂ ਹੋਣ। ਪਹਿਲੇ ਨਹੀਂ ਸੁਣਿਆ, ਮੈਂ ਕਦੀ ਕਿਸੇ ਨੂੰ ਨਹੀਂ ਦੱਸਿਆ। ਸਾਰੇ ਲੋਕ ਪੁੱਛਦੇ ਤੇਰਾ ਅਸਲੀ ਨਾਂ ਕੀ ਹੈ? ਮੈਂ ਕਿਹਾ ਇਹੀ ਹੈ, ਤੁਹਾਡੇ ਲਈ ਅਸਲੀ ਨਾਂ ਜਾਣਨਾ, ਤੁਸੀਂ ਰਿਸ਼ਤਾ ਦੇਣਾ। ਅਸਲੀ ਨਾਂ ਬਿਲਕੁਲ ਤੋੜੀ ਨਹੀਂ ਸਾ ਐਡੀ ਸੋਹਣੀ ਚੜੇਲ ਜੇ ਹੁੰਦੀ ਤੇ ਮੈਂ ਕਹਿੰਦਾ ਚੜੇਲਾ ਜੰਮਲ ਦੀ ਮੈਨੂੰ ਜੰਮਲ ਜਾਊਗੀ। ਉਹਨਾਂ ਕੀ ਕੀਤਾ, ਉਹਨਾਂ ਕਿਹਾ ਕਿ ਇਸ ਦਫਾ ਨਾ ਸ਼ੇਰ ਤੇ ਜੰਗਲ ਦਾ ਬਾਦਸ਼ਾਹ ਹੀ ਹੁੰਦਾ। ਉਹਨਾਂ ਕਿ ਸ਼ੇਰ ਨੂੰ ਨਹੀਂ ਮੰਨਦੇ ਅਸੀਂ, ਯਾਨੀ ਕਿ ਜੰਗਲ ਦੀ ਜਮਹੂਰੀਅਤ ਆ ਗਈ, ਜਮਹੂਰੀਅਤ ਆਣੀ ਚਾਹੀਦੀ ਹੈ, ਵੋਟਾਂ ਪਾਓ। ਉਹ ਵੋਟਾਂ ਪਾਈਆਂ ਤੇ ਉਹ ਬਾਂਦਰ ਦੀ ਪਰਚੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम जी, मैं ਤੁਹਾਡਾ ਹੋਸਟ, ਤੁਹਾਡਾ ਦੋਸਤ ਅਮੀਨ ਰਾਜਾ ਤੇ ਆਪਣੇ ਪ੍ਰੋਗਰਾਮ ਫੁੱਲ ਤੱਤੀ ਚਾਹ ਨੂੰ ਲੈ ਕੇ ਅੱਜ ਇੱਕ ਬਹੁਤ ਹੀ ਜ਼ਬਰਦਸਤ, ਬਹੁਤ ਹੀ ਸ਼ਾਨਦਾਰ, ਬਹੁਤ ਹੀ ਸੈਲਿਬ੍ਰਿਟੀ ਤਾਰੀਫਾਂ ਬਹੁਤ ਜ਼ਿਆਦਾ ਨੇ, ਮੇਰੇ ਕੋਲ ਅਲਫਾਜ਼ ਘੱਟ ਨੇ। ਤੁਹਾਡੇ ਕੋਲ ਅੱਜ ਜਿਹੜਾ ਇੰਟਰਵਿਊ ਤੁਸੀਂ ਅੱਜ ਸੁਣਨ ਜਾ ਰਹੇ ਹੋ, ਜ਼ਬਰਦਸਤ ਮਜ਼ਾ ਆਏਗਾ ਤੁਹਾਨੂੰ ਇਨਸ਼ਾਅੱਲਾ ਗੱਪਸ਼ਪ ਦਾ, ਕਿਉਂਕਿ ਮੈਂ ਖੁਦ ਉਹਨਾਂ ਦੀ ਗੱਪਸ਼ਪ ਦਾ ਹੀ ਫੈਨ। ਠੀਕ ਹੈ, ਤੁਸੀਂ ਸਮਝ ਗਏ ਹੋਗੇ ਮੇਰੇ ਨਾਲ ਨੇ ਮਿਸ ਨੈਨਾ ਸੁਨੈਨਾ ਜੀ, ਕਿਸੇ ਤਾਰਫ ਦੇ ਮੁਹਤਾਜ ਨਹੀਂ ਗੇ, ਇਸ ਲਈ ਮੈਂ ਤਾਰਫ ਜਿਹੜਾ ਖਿਲਾ ਰਿਹਾ ਮੈਂ, ਮੇਰਾ ਖਿਆਲ ਹੈ ਤੁਹਾਨੂੰ ਪਹਿਲੇ ਹੀ ਪਤਾ ਹੈ। ਤੇ ਸਭ ਤੋਂ ਪਹਿਲੇ ਅਸੀਂ ਆਪਣੇ ਪ੍ਰੋਗਰਾਮ 'ਚ ਮੈਡਮ नैना सुनैना जी को वेलकम करने। अस्सलाम वालेकुम। वालेकुम अस्सलाम। और नज कैसी हैं आप? ठीक है, मैं ठीक ठाक। ये उर्दू क्यों बोल रहे हो? मैंने समझ नहीं आ रही। भूल गया उर्दू का तड़का क्यों ला रहे हो? इन्ना इंप्रेस होने की केड़ी लोड़ है मेरी शख्सियत को? मेरा मुंह उर्दू वगैरह लगदा पे नहीं, बाकी ਤੁਹਾਡਾ ਥੋੜਾ ਜਿਹਾ ਮੇਰੇ ਤੇ ਹਲਕਾ मैं क्या मेरा कोट ਵੇਖ ਕੇ ਉਰਦੂ ਨਿਕਲਣ ਲੱਗ ਪਈ, ਕਰੇ ਕੀ ਹੋ ਗਿਆ? ਠੀਕ ਹੋ ਗਿਆ। ਹਾਲਾਂਕਿ ਮੈਂ ਤੁਹਾਡੀ ਪੰਜਾਬੀ ਤੋਂ ਇੰਪ੍ਰੈਸ ਹਾਂ। ਪੰਜਾਬੀ ਤੋਂ ਇੰਪ੍ਰੈਸ ਮੈਨੂੰ ਪਤਾ, ਮੇਰੇ ਜਿੰਨੇ ਵਿਊਅਰਸ ਜਿਹੜੇ ਮੇਰੇ ਜਿੰਨੇ ਫੈਨਸ ਹੈਗੇ ਉਹ ਮੇਰੀ ਪੰਜਾਬੀ ਹੀ ਲਾਈਕ ਕਰਦੇ। ਜ਼ਾਹਿਰ ਹੈ ਮਤਲਬ ਬਹੁਤ ਸਾਰੇ ਲੋਕ ਹੈ ਦੁਨੀਆ ਤੋਂ, ਬਹੁਤ ਹਸੀਨ ਔਰ ਜਮੀਲ, ਤੇ ਉਹਦੇ 'ਚ ਹਰ ਬੰਦੇ 'ਚ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ, ਕੋਈ ਖਸੂਸੀਅਤ, ਕੋਈ ਚੰਗੀ ਸ਼ੈ ਹੁੰਦੀ। ਤੇ ਮੇਰੀ ਜਿਹੜੀ ਪੰਜਾਬੀ ਆ ਉਹ ਹੀ ਮੇਰੇ ਜਿਹੜੇ ਵਿਊਅਰਸ ਆ, ਮੇਰੇ ਜਿਹੜੇ ਫੈਨਸ ਆ, ਉਹ ਉਹਨਾਂ ਨੂੰ ਅਟਰੈਕਟ ਕਰਦੀ ਹੈ। ਤਾਂ ਕਰਕੇ ਤਾਂ ਮੈਂ ਪਰੇਸ਼ਾਨ ਹੋ ਗਈ। ਮੈਂ ਕਿ ਇਹ ਉਰਦੂ ਬੋਲਣ ਲੱਗ ਪਿਆ, ਕਰੇ ਕੀ ਹੋਇਆ, ਪਟਰੀ ਬਦਲ ਗਿਆ। ਚਲੋ ਖੈਰ, ਕਦੀ ਕਦੀ ਹੋ ਜਾਂਦਾ। ਨੈਨਾ ਸੁਨੈਨਾ ਜੀ ਦਾ ਜਦੋਂ ਅਸੀਂ ਪ੍ਰੋਗਰਾਮ ਦੇਖਦੇ ਸਾਡੇ ਲਿਵਿੰਗ ਟੈਸਟੀਅਨ ਤੇ ਜਦੋਂ ਮੈਂ ਇੰਟਰਵਿਊ ਦੀ ਗੱਲ ਕੀਤੀ ਤੇ ਮੇਰੇ ਦੋਸਤ ਨੇ ਮੇਰੇ ਚੈਨਲ ਦੇ, ਮੇਰੇ ਡਾਇਰੈਕਟਰ, ਉਹ ਕਹਿਣ ਲੱਗੇ ਨੈਨਾ ਸੁਨੈਨਾ ਜੀ ਕਿਹੜੇ? ਮੈਂ ਕਿਹਾ ਯਾਰ ਉਹ ਜਿਹੜੀ ਕੁੜੀ ਅੱਖਾਂ ਨਾਲ ਵੀ ਗੱਲਾਂ ਕਰਦੀ ਤੇ ਮੂੰਹ ਨਾਲ ਵੀ ਗੱਲਾਂ ਕਰਦੀ। ਅੱਛਾ ਉਹ ਨੈਨਾ ਸੁਨੈਨਾ ਪੰਜਾਬੀ ਵਾਲੇ ਉਹ ਸ਼ਖਸੀਅਤ ਨੇ। ਅੱਖਾਂ ਵਾਲੀ ਗੱਲ ਤੇ ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ, ਮੇਰੀਆਂ ਅੱਖਾਂ ਤੇ ਪੂਰੀਆਂ ਖੁੱਲ੍ਹਦੀਆਂ ਵੀ ਨਹੀਂ। ਸਾਰੇ ਲੋਕਾਂ ਨੂੰ ਮੈਂ ਕਾਫੀ ਸਾਰੇ ਲੋਕਾਂ ਨੂੰ ਜਦੋਂ ਪੁੱਛਣਾ ਨਾ, ਅਕਸਰ ਪੁੱਛਦੇ ਆ ਮੈਸੇਜਾਂ ਤੇ ਵੀ ਕਿਹੜੀ ਸ਼ੈ ਵਧੀਆ ਲੱਗਦੀ ਪਈ ਸਾਡੇ 'ਚ, ਤਾਂ ਅਕਸਰ ਲੋਕੀ ਮੈਨੂੰ ਕਹਿੰਦੇ ਵੀ ਤੇਰੀ ਆਈਜ਼ ਜਿਹੜੀ ਆ ਨਾ ਤੇ ਬਹੁਤ ਸੋਹਣੀ ਆ। ਮੈਂ ਕਹਿੰਦੀ ਉਹ ਤੇ ਪੂਰੀਆਂ ਖੁੱਲ੍ਹਦੀਆਂ ਵੀ ਨਹੀਂ, ਤੁਹਾਨੂੰ ਕਿੱਥੋਂ ਸੋਹਣੀਆਂ ਲੱਗਦੀਆਂ? ਇਹ ਗੱਲ ਮੈਨੂੰ ਵੀ ਨਹੀਂ ਸਮਝ, ਤੁਸੀਂ ਜ਼ਰੂਰ ਐਕਸਪਲੇਨ ਕਰੋ। ਨੈਨਾ ਸੁਨੈਨਾ ਜੀ ਤੁਹਾਡੀਆਂ ਅੱਖਾਂ ਖੂਬਸੂਰਤ, ਅੱਲਾਹ ਤਾਲਾ ਨੇ ਹਰ ਬੰਦੇ ਨੂੰ ਅੱਖਾਂ ਖੂਬਸੂਰਤ ਹੀ ਦਿੱਤੀਆਂ ਨੇ, ਲੇਕਿਨ ਉਹਨਾਂ ਨੂੰ ਤੁਸੀਂ ਜਦੋਂ ਗੁਫ਼ਤਗੂ ਦੇ ਦੌਰਾਨ ਜਿਹੜੇ ਤੁਸੀਂ ਇਹ ਐਕਸਪ੍ਰੈਸ਼ਨ ਲੈਂਦੇ ਹੋ ਨਾ ਅੱਖਾਂ ਦੇ ਨਾਲ, ਉਹ ਬਹੁਤ ਖੂਬਸੂਰਤ ਨੇ। ਅੱਛਾ, ਜਦੋਂ ਮੈਨੂੰ ਅੱਖਾਂ ਦੀ ਇਸ ਗੱਲ ਦੀ ਆਵਾਜ਼ ਆਉਂਦੀ, ਓਕੇ ਸਮਝ ਆ ਗਿਆ। ਇਹ ਵਜ੍ਹਾ ਤੇ ਉਹ ਅੱਖਾਂ ਨਾਲ ਗੱਲਾਂ ਕਰਨੀਆਂ, ਤੁਸੀਂ ਮਤਲਬ ਅਗਰ ਕੋਈ ਬੰਦਾ ਬੋਲਾ ਹੈ ਨਾ, ਤੁਹਾਡੀ ਆਵਾਜ਼ ਨਹੀਂ ਸੁਣ ਪਾ ਰਿਹਾ, ਤਾਂ ਤੁਹਾਡੀਆਂ ਅੱਖਾਂ ਦੀ ਜ਼ੁਬਾਨ ਤੋਂ ਸਮਝ ਆਏਗਾ ਕਿ ਕੀ ਕਹਿ ਰਿਹਾ। ਅਕਸਰ ਮੇਰੇ ਫੈਨਸ ਨਾ ਲਾਈਵ ਪ੍ਰੋਗਰਾਮ ਮੈਂ ਕਰਦੀ ਹੁੰਦੀ ਸਾਂ ਤੇ ਮਾਸ਼ਾਅੱਲਾ ਬਹੁਤ ਲੱਖ ਤੱਕ ਜਿਹੜੇ ਨਾ ਵਨ ਟਾਈਮ 'ਚ ਸਟਿਲ ਵਿਊਅਰਸ ਜਾਂਦੇ ਕਿੰਨੇ ਤੇ ਉਹ ਮੈਨੂੰ ਉਹਨਾਂ 'ਚ ਕਾਫੀ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਸਨ ਜਿਹੜੇ ਸਾਡੀ ਪੰਜਾਬੀ ਨਹੀਂ ਅੰਡਰਸਟੈਂਡ ਕਰਦੇ, ਮਤਲਬ ਉਰਦੂ ਵੀ ਨਹੀਂ, ਪੰਜਾਬੀ ਨਹੀਂ, ਕੋਈ ਅਰਬੀ ਹੁੰਦੇ ਸਨ, ਕੋਈ ਇਜਿਪਟ ਹੁੰਦੇ ਸਨ, ਕੋਈ ਬਾਹਰ ਦੇ ਮੁਲਕਾਂ ਦੇ। ਉਹਨਾਂ ਨੂੰ ਮੇਰੀ ਗੱਲ ਨਹੀਂ ਸਮਝ ਆਉਂਦੀ ਸੀ। ਉਹ ਕਹਿੰਦੇ ਸਨ ਕਿ ਪੰਜਾਬੀ ਬੋਲ ਰਹੇ ਪਰ ਤੁਸੀਂ ਸਾਨੂੰ ਵਧੀਆ ਬੜੇ ਲੱਗਦੇ ਹੋ, ਗੱਲਾਂ ਕਰਦੇ ਖੂਬਸੂਰਤ ਲੱਗ ਰਿਹਾ ਜੀ। ਉਹ ਮੇਰੇ ਐਕਸਪ੍ਰੈਸ਼ਨ ਹੀ ਵੇਖ ਕੇ ਨਾ ਉਹ ਆਪੇ ਅੰਦਾਜ਼ਾ ਲਾ ਲੈਂਦੇ ਸੀ ਕਹਿਣ ਕੀ ਡਈ ਆ। ਜ਼ਬਰਦਸਤ, ਉਹੀ ਗੱਲ ਜਿਹੜੀ ਮੈਂ ਕਰ ਰਿਹਾ ਉਹੀ ਗੱਲ ਹੈ ਨਾ। ਅੱਛਾ ਦੇਖੋ ਨਾ, ਤੁਹਾਡਾ ਨਾਮ ਮਾਸ਼ਾਅੱਲਾ ਨੈਨਾ, ਪਹਿਲਾ ਪਾਰਟ ਨਾਮ ਦਾ ਨੈਨਾ, ਤੇ ਗੱਲ ਵੀ ਨੈਨਾ ਦੀ ਹੋ ਰਹੀ, ਫਿਰ ਅੱਗੇ ਸੁਨੈਨਾ। ਅੱਛਾ ਸੁਨੈਨਾ ਕੀ ਹੈ?
ਸੁਨੈਨਾ ਦਾ ਮਤਲਬ ਬਹੁਤ ਸੋਹਣੇ ਨੈਣਾ। ਵਾਹ ਵਾਹ ਵਾਹ, ਲਓ ਜੀ ਇਹ ਗੱਲ ਬੜੇ ਲੋਕ ਮੇਰੇ ਕੋਲ ਪੁੱਛਦੇ a ਯਾਰ lot of time I express this my name ਕਿ ਵੀ ਨੈਣਾ ਤੇ ਠੀਕ ਹੋਇਆ, ਸੁਨੈਨਾ ਦਾ ਇੱਕ ਮਤਲਬ ਹੋਇਆ, ਨੈਣਾ ਤੇ ਠੀਕ ਹੈ, ਨੈਣਾ ਹੀ ਨੇ ਨੈਣਾ। ਵੀ ਅੱਖਾਂ, ਤੇ ਸੁਨੈਨਾ ਦਾ ਮਤਲਬ ਹੁੰਦਾ ਬਹੁਤ ਸੋਹਣੀਆਂ ਅੱਖਾਂ। ਵਾਹ 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 ਵਾਹ, ਠੀਕ ਹੈ ਜੀ, ਹੁਣ ਪਤਾ ਲੱਗ ਗਿਆ। ਪਤਾ ਲੱਗ ਗਿਆ ਸਭ ਨੂੰ, ਬਹੁਤ ਸੋਹਣੀਆਂ ਅੱਖਾਂ, ਨੈਣਾ ਸੁਨੈਨਾ। ਠੀਕ, ਯਾਨੀ ਕਿ ਮੈਂ ਜਿਹੜਾ ਗੈਸ ਕੀਤਾ ਨਾ ਕਿ ਅੱਖਾਂ ਨਾਲ ਵੀ ਗੱਲਾਂ ਕਰਨਾ ਕਰਦੇ ਹੋ ਤੁਸੀਂ, ਉਹ ਠੀਕ ਕੀਤਾ ਉਹ ਠੀਕ ਕੀਤਾ। ਅੱਛਾ, ਇਹ ਨਾਮ ਸੱਚੀ ਮੁੱਚੀ ਜਿਹੜਾ ਅੱਬਾ ਜੀ ਰੱਖਦੇ ਨੇ ਉਹੀ ਹੈ ਜਾਂ? ਨਹੀਂ ਅੱਬਾ ਜੀ ਵਾਲਾ ਤੇ ਹੋਰ ਸੀ ਨਾ, ਉਹ ਇਹ ਜਿਹੜਾ ਮੈਂ ਫੈਨਸ ਵਾਸਤੇ ਰੱਖਿਆ। ਤੁਹਾਨੂੰ ਪਤਾ ਵੀ ਮਤਲਬ ਹਰ ਬੰਦੇ ਦਾ, ਹਰ ਜਿਹੜੀ ਸ਼ਖਸੀਅਤ ਹੁੰਦੀ ਹੈ ਇਸ ਤਰ੍ਹਾਂ ਦੀ, ਜਿਹੜੀ ਮੀਡੀਆ 'ਚ ਆ ਜਾਏ ਬੰਦਾ, ਤੇ ਖਾਸ ਕਰ ਗਰਲਸ ਦਾ, ਬੰਦੇ ਆਪਣਾ ਉਹੀ ਨਾਂ ਰੱਖਦੇ ਆ, ਲੇਕਿਨ ਗਰਲਸ ਜਿਹੜੀ ਹੁੰਦੀ ਆ ਉਹ ਉਹਨਾਂ 'ਚ ਇਹੀ ਹੁੰਦਾ ਕਿ ਉਹਨਾਂ ਦਾ ਜਿਹੜਾ ਘਰ ਵਾਲਾ ਨਾਂ ਹੋਰ ਹੁੰਦਾ ਤੇ ਜਿਹੜਾ ਇੰਡਸਟਰੀ ਦਾ ਨਾਂ ਹੋਰ ਹੁੰਦਾ, ਕਿਉਂਕਿ ਉਸ ਨਾਲ ਨਾ ਫੇਮਸ ਹੋਣਾ ਹੁੰਦਾ। ਜੀ ਜੀ, ਅੱਛਾ, ਤਾਂ ਕਰਕੇ ਨਾ ਥੋੜਾ ਚੇਂਜ ਕਰਨਾ ਪੈਂਦਾ। ਉਹ ਜਿਹੜਾ ਉਹ ਨਾਂ ਹੈ, ਉਹ ਜਿਹੜਾ ਅੰਮੀ ਜੀ ਤੇ ਅੱਬੂ ਜੀ ਨੇ ਮੁਸ਼ਤਰਕਾ ਮਸ਼ਵਰਾ ਕਰਨ ਤੋਂ ਬਾਅਦ ਰੱਖਿਆ, ਉਹ ਦੱਸਣਾ ਚਾਹੋਗੇ ਮੇਰੇ ਵੀਅਰਸ ਨੂੰ? ਹਾਂ ਕੋਈ ਮਸਲਾ ਨਹੀਂ। ਉਹ ਨਾ ਅੱਛਾ, ਅਕਸਰ ਲੋਕਾਂ ਨੂੰ ਜਦੋਂ ਮੈਂ ਉਹ ਨਾਂ ਦੱਸਦੀ ਉਹ ਕਹਿੰਦੇ ਇਹ ਜ਼ਿਆਦਾ ਵਧੀਆ। ਅੱਛਾ ਹਾਂ, ਨੌਰੀਨ ਮੇਰਾ ਨਾਂ ਹੈ, ਨੌਰੀਨ, ਮਾਸ਼ਾਅੱਲਾ। ਵਾਕਈ ਦੇਖੋ ਜੀ, ਨੈਣਾ ਸੁਨੈਣਾ ਜਿਹੜਾ ਨਾਂ ਹੈ ਨਾ ਉਹ ਬਹੁਤ ਵਧੀਆ, ਤੇ ਨੌਰੀਨ ਬਾਕੀ ਉਸ ਤੋਂ ਵੀ ਵਧੀਆ, ਉਸ ਤੋਂ ਵੀ ਵਧੀਆ। ਲੇਕਿਨ ਫੀਲਡ ਵਿੱਚ ਨੈਣਾ ਸੁਨੈਣਾ ਦਾ ਇੱਕ ਜ਼ਿਆਦਾ ਵਜ਼ਨ ਜ਼ਿਆਦਾ ਲੱਗ ਰਿਹਾ ਹੈ, ਇਹਦਾ ਸਕੇਲ ਜ਼ਿਆਦਾ ਹੈ। ਠੀਕ ਹੋ ਗਿਆ, ਨੌਰੀਨ ਉਰਫ ਨੈਣਾ ਸੁਨੈਣਾ। ਠੀਕ ਹੈ ਜੀ, ਇਹ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਪਹਿਲੇ ਨਹੀਂ ਸੁਣੀਆਂ ਹੋਣੀਆਂ। ਪਹਿਲੇ ਨਹੀਂ ਸੁਣਿਆ, ਮੈਂ ਕਦੀ ਕਿਸੇ ਨੂੰ ਨਹੀਂ ਦੱਸਿਆ। ਸਾਰੇ ਲੋਕ ਪੁੱਛਦੇ ਤੇਰਾ ਅਸਲੀ ਨਾਂ ਕੀ ਹੈ, ਮੈਂ ਕਿਹਾ ਇਹੀ ਹੈ, ਤੁਹਾਡੇ ਲਈ ਅਸਲੀ ਨਾਂ ਜਾਣਨਾ, ਤੁਸੀਂ ਰਿਸ਼ਤਾ ਦੇਣਾ ਅਸਲੀ ਨਾਂ। ਅੱਛਾ, ਤੁਸੀਂ ਮੈਨੂੰ ਦੱਸੋ ਕਿ ਸ਼ੋਬਿਜ਼ ਹੀ ਕਿਉਂ, ਹੋਰ ਕੁਝ ਕਿਉਂ ਨਹੀਂ? ਮੈਂ ਹੋਰ ਵੀ ਕਾਫੀ ਸਾਰੀ ਫੀਲਡਸ ਕੰਮ ਕੀਤਾ, ਉਸ ਤੋਂ ਬਾਅਦ ਇਹ ਸਮਝੋ ਕਿ ਇਹ ਆਖਰੀ ਚੀਜ਼ ਆ ਜਿਹੜੀ ਮੈਂ ਕਰ ਰਹੀ ਹਾਂ। ਅੱਛਾ ਅੱਛਾ, ਮੈਂ ਬਾਕੀ ਸਾਰੇ ਕੰਮ ਕਰ ਚੁੱਕੀ ਹਾਂ, ਫਾਈਨਲ ਹੋ ਗਿਆ। ਹਾਂ, ਇਹ ਆਖਰੀ ਚੀਜ਼ ਹੈ ਕਿ ਸ਼ੋਬਿਜ਼ ਨੂੰ ਮੈਂ ਡਿਫਰੈਂਟ ਵੇ ਨਾਲ, ਮੈਂ ਹੋਸਟਿੰਗ ਤੋਂ ਸਟਾਰਟ ਕੀਤਾ। ਠੀਕ ਹੈ, ਤੇ ਟੀਵੀ ਤੋਂ। ਉਸ ਤੋਂ ਬਾਅਦ ਫਿਰ ਉਸ ਤੋਂ ਪਹਿਲੇ ਥੋੜਾ ਅਰਸਾ ਮੈਂ ਕੁਝ ਮੰਥ ਵਾਸਤੇ 2 or 3 months ਮੈਂ ਫਿਲਮ ਸਾਈਡ ਤੇ ਗਈ। ਤਾਂ ਮੇਰੀ ਮੂਵੀ ਆ ਰਹੀ ਸੀ ਸਾਈਮਾ ਤੇ ਸ਼ਾਨ ਨਾਲ, ਸੈਕਿੰਡ ਪੇਅਰ ਸੀ ਮੇਰਾ, ਤੇ ਉਹਦੀ ਕੁਝ ਅਸੀਂ ਰਿਕਾਰਡਿੰਗਸ ਵੀ ਕੰਪਲੀਟ ਕਰ ਲਈਆਂ। ਇਹ ਗੱਲ ਹੈ ਅੱਜ ਤੋਂ ਕੋਈ ਕਾਫੀ ਸਾਲ ਪਹਿਲੇ ਦੀ। ਠੀਕ ਹੈ ਜੀ, ਯਾਨੀ ਕਿ 7-8 ਸਾਲ ਪਹਿਲੇ ਦੀ ਗੱਲ ਹੈ। ਤਾਂ ਸਭ ਸੈੱਟ ਚੱਲ ਰਿਹਾ ਸੀ ਉਸ ਵੇਲੇ, ਮੇਰੇ ਬਹੁਤ ਸਾਰਾ ਮਤਲਬ ਇੱਕਦਮ ਉਹ ਕਹਿੰਦੇ ਨੇ ਜਿਹੜਾ ਅਰੂਜ ਆਉਂਦਾ, ਬਹੁਤ ਸਾਰੇ ਪ੍ਰੋਜੈਕਟਸ ਚੱਲ ਰਹੇ ਸੀ। ਜਿਹੜਾ ਜੀਓ ਦਾ ਵੀ ਕੋਈ ਪ੍ਰੋਗਰਾਮ ਚੱਲਦੇ ਆ, ਇਹ ਵੀ ਹਮ ਸਭ ਉਮੀਦ ਸੇ ਆ, ਉਹਦਾ ਵੀ ਚੱਲ ਰਿਹਾ ਸੀ। ਫਿਰ ਐਨਕ ਵਾਲਾ ਜਿਨ ਦੁਬਾਰਾ ਆਇਆ ਸੀ। ਠੀਕ ਹੈ, ਉਹਦੇ 'ਚ ਵੀ ਮੇਰਾ ਕੁਝ ਕਰੈਕਟਰ ਚੱਲ ਰਿਹਾ ਸੀ। ਟੀਪੀ ਦੇ ਗਾਣੇ ਚੱਲ ਰਹੇ ਸਨ। ਹਾਏ ਹਾਏ ਹਾਏ, ਮੈਨੂੰ ਜ਼ਰਾ ਚੰਬਾ ਕਿ ਐਨਕ ਵਾਲੇ ਦਿਨ ਦੇ ਵਿੱਚ ਤੁਸੀਂ ਬਿਲ ਬਤੋੜੀ ਨਹੀਂ ਸਾਂ। ਐਡੀ ਸੋਹਣੀ ਬਿਲ ਚੜੇਲ, ਬਤੋੜੀ ਨਹੀਂ ਸਾਂ। ਐਡੀ ਸੋਹਣੀ ਚੜੇਲ ਜੇ ਹੁੰਦੀ ਹੈ ਤੇ ਮੈਂ ਕਹਿੰਦਾ ਚੜੇਲਾ ਚੰਬੜਦੇ ਮੈਨੂੰ ਚੰਬੜ ਦਿਓਗੇ। ਨਹੀਂ ਤਾਂ ਇਹ ਕਿ ਪਰੀ ਦਾ ਕੋਈ ਰੋਲ ਸੀ, ਉਹਦੇ ਵਿੱਚ ਬਹੁਤ ਪਰੀਆਂ ਸਨ, ਯੂ نو, ਤੇ ਜਿੰਨ ਪਰੀਆਂ ਤੇ ਹੈ ਸਨ ਉਹਦੇ ਵਿੱਚ। ਹਾਂਜੀ, ਤੇ ਇੱਕ ਉਹ ਚੱਲ ਰਿਹਾ ਸੀ, ਮਤਲਬ ਕਾਫੀ ਸਾਰੇ ਇੱਕ ਕੁਝ ਹੋਰ ਚੀਜ਼ਾਂ ਵੀ ਚੱਲ ਰਹੀ, 6-7 ਪ੍ਰੋਜੈਕਟ ਚੱਲ ਰਹੇ ਸੀ। ਟੀਪੀ ਦੇ ਗਾਣੇ ਦੇ ਕਾਫੀ ਸਾਰੀ ਵੀਡੀਓਜ਼ ਚੱਲ ਰਹੀਆਂ ਸੀ। ਤੇ ਇੱਕਦਮ ਉਹ ਫਿਰ ਸਾਡੀ ਫੈਮਿਲੀ 'ਚ ਨਾ ਕੁਝ ਹਾਦਸਾ ਇਸ ਤਰ੍ਹਾਂ ਦਾ ਹੋ ਗਿਆ, ਮੇਰੀ ਵਾਲਦਾ ਦੀ ਡੈਥ ਹੋ ਗਈ। ਤਾਂ ਕਰਕੇ ਨਾ ਉਹ ਫਿਰ ਮੈਨੂੰ ਲੱਗਾ ਕਿ ਖਰੇ ਸਾਡੀ ਫੈਮਿਲੀ 'ਚ ਕਦੀ ਵੀ ਕੋਈ ਬੰਦਾ ਇਸ ਫੀਲਡ 'ਚ ਨਹੀਂ ਆਇਆ ਸੀ। ਤਾਂ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਮੇਰੀ ਵਜ੍ਹਾ ਨਾਲ, ਮੇਰੀ ਇਹ ਕੋਈ ਮਨੂਸੀਅਤ ਹੈਗੀ ਹੈ, ਮਤਲਬ ਇਹ ਜੋ ਮੈਂ ਕਰ ਰਹੀ ਹਾਂ, ਮੇਰੀ ਪੂਰੀ ਫੈਮਿਲੀ 'ਚ ਕਦੀ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਕਦੀ ਕੁਝ ਨਹੀਂ ਕੀਤਾ। ਮੈਨੂੰ ਲੱਗਾ ਕਿ ਇਹ ਸ਼ਾਇਦ ਉਹ ਉਸ ਵਜ੍ਹਾ ਨਾਲ ਹੋਇਆ। ਮੈਂ ਤਾਂ ਫਿਰ ਕਰ ਲੋ ਕਿ ਮੈਂ ਤੋਬਾ ਹੀ ਕਰ ਲਈ। ਬੜੇ ਮੈਨੂੰ ਫੋਨ ਆਏ, ਲਿਆਸ ਕਸ਼ਮੀਰੀ ਸਾਹਿਬ ਦੀ ਫਿਲਮ ਸੀ ਉਹ ਵੇੜਾ, ਠੀਕ ਹੈ ਜੀ, ਉਹਨਾਂ ਦੇ ਬੜੇ ਫੋਨ ਆਏ ਕਿ ਵੀ ਨਹੀਂ, ਉਹਨਾਂ ਦੇ ਜਿਹੜੇ ਅਸਿਸਟੈਂਟ ਸਨ ਉਹ ਮੈਨੂੰ ਬਾਰ-ਬਾਰ ਕਹਿਣ ਕਿ ਵੀ ਬੇਟਾ ਆ ਜਾਓ, ਕਾਫੀ ਉਹ ਬਜ਼ੁਰਗ ਸ਼ਖਸੀਅਤ ਸਨ। ਤੇ ਪਰ ਮੈਂ ਕਿਹਾ ਵੀ ਮੇਰੇ ਕੋ ਨਹੀਂ ਆਉਣਾ, ਮੇਰੇ ਕੋ ਹੋਣਾ ਹੀ ਨਹੀਂ ਕੰਮ ਨਾ, ਮੇਰੇ ਕੋ ਹੋ ਹੀ ਨਹੀਂ ਸਕਦਾ। ਬਹੁਤ ਅਰਸਾ ਮੈਂ ਸਦਮੇ 'ਚ ਰਹੀ। ਉਸ ਤੋਂ ਬਾਅਦ ਫਿਰ ਮੈਂ ਬਾਕੀ ਹੋਰ ਚੀਜ਼ਾਂ ਕਰਦੀ ਨਹੀਂ, ਨਾਲ ਹੋਟਲ ਲਾਈਨ ਜੁਆਇਨ ਕੀਤੀ, ਮੈਨੇਜਮੈਂਟ ਦੇ ਕੋਰਸਿਸ, ਇਹ ਉਹ ਲੋਟ ਆਫ ਥਿੰਗਸ। ਫਿਰ ਮੈਂ ਦੁਬਈ ਚਲੀ ਗਈ, ਉੱਥੇ ਵੀ ਟੂਰਿਜ਼ਮ ਕੰਪਨੀ 'ਚ ਐਜ਼ ਅ ਮੈਨੇਜਰ ਮੈਂ ਵਰਕ ਕੀਤਾ। ਫਿਰ ਪ੍ਰੋਪਰਟੀ 'ਚ ਕੰਮ ਕਰਕੇ ਆਈ, ਉੱਥੇ ਬਿਜ਼ਨਸ ਬੇ 'ਚ ਮੇਰਾ ਆਫਿਸ ਆਉਂਦਾ ਸੀ। ਤੇ ਮਤਲਬ ਇਹ ਸਾਰੀਆਂ ਚੀਜ਼ਾਂ। ਫਿਰ ਮੈਂ ਵਾਪਸ ਆ ਕੇ ਨਾ ਫਿਰ ਮੈਂ ਟੀਵੀ ਫਿਰ ਤੋਂ ਜੁਆਇਨ ਕਰ ਲਿਆ, ਹੋਸਟਿੰਗ ਫਿਰ ਤੋਂ ਜੁਆਇਨ ਕਰ ਲਈ। 3 ਸਾਲ ਪਹਿਲੇ ਮੈਂ ਹੋਸਟਿੰਗ ਕੀਤੀ ਇੰਟਰਨੈਸ਼ਨਲ ਚੈਨਲ 'ਤੇ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਲੋਕਲ ਚੈਨਲ 'ਤੇ ਕਰ ਲਿਆ, ਉਹ ਜੁਆਇਨ ਕੀਤਾ। ਉਸ ਤੋਂ ਬਾਅਦ ਉਹ ਛੱਡ ਕੇ ਤੇ ਫਿਰ ਮੈਨੂੰ ਫਿਲਮ ਦੀ ਆਫਰ ਹੋ ਗਈ, ਤੇ ਫਿਰ ਮੈਂ ਫਿਲਮ ਵੱਲ ਆ ਗਈ। ਤੇ ਬਸ ਇਹੀ ਚੱਲ ਰਿਹਾ, ਇਹ ਕੁਝ ਸਾਰਾ। ਅਸਲ ਦੇ ਵਿੱਚ ਹੁੰਦਾ ਇਸ ਤਰ੍ਹਾਂ ਹੈ ਕਿ ਅਸਲ 'ਚ ਅਸੀਂ ਜੋ ਹੈ ਵਾ ਨਾ,
ਇਹ ਮਾਲਕ ਦੀ ਤਰਫੋਂ ਜਦੋਂ ਸਾਨੂੰ ਅੰਦਰ ਜਿਹੜੀਆਂ ਸਿਮਾਂ ਉਹਨੇ ਪਾ ਕੇ ਕੱਢੀਆਂ ਨੇ ਨਾ, ਬਿਲਕੁਲ ਉਹ ਸਾਨੂੰ ਪਤਾ ਹੈ। ਸਾਨੂੰ ਲੋਕ ਰੋਕ ਰਹੇ ਇਹ ਨਾ ਕਰ ਯਾਰ, ਅੱਛਾ ਨਹੀਂਗਾ, ਇਹ ਨਾ ਕਰ, ਅੱਛਾ ਨਹੀਂਗਾ। ਤੇ ਬਾਅਦ ਵਕਤ ਕੋਈ ਐਸਾ ਜ਼ਿੰਦਗੀ 'ਚ ਐਸਾ ਟ੍ਰੈਜਡੀ ਹੋ ਜਾਂਦੀ, ਜਿਵੇਂ ਤੁਹਾਡੀ ਵਾਲਦਾ ਦੀ ਡੈਥ ਹੋ ਗਈ। ਬਿਲਕੁਲ ਬਿਲਕੁਲ। ਤੇ ਇੱਕ ਦਫਾ ਤਕਰੀਬਨ ਸਾਰੇ ਜਿੰਨੇ ਉਹ ਡ੍ਰੀਮ ਹੁੰਦੇ ਨੇ ਸਾਰੇ ਇੱਕ ਦਫਾ ਬੁੱਝ ਜਾਂਦੇ, ਹਰ ਚੀਜ਼ ਐਸੇ ਉਹ ਬਹੁਤ ਵੱਡਾ ਸਦਮਾ ਹੈ। ਬਹੁਤ ਜ਼ਿਆਦਾ, ਮਾਂ ਜਾਂ ਬਾਪ ਦਾ ਇੱਕਦਮ ਸਾਇਆ ਜੋ ਤੁਹਾਡੇ ਤੋਂ ਉੱਠਦਾ, ਤੇ ਉਹ ਫਿਰ ਕੀ ਹੁੰਦਾ ਹੈ ਕਿ ਵਕਤ ਦੇ ਨਾਲ ਨਾਲ ਜ਼ਖਮ ਭਰਨ ਵਾਸਤੇ ਹੀ ਹੁੰਦੇ, ਭਰ ਜਾਂਦੇ ਨੇ, ਜ਼ਖਮ ਭਰ ਜਾਂਦੇ ਨੇ। ਦੇਖੋ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਕਦੀ ਵੀ ਕਦੀ ਵੀ ਕਦੀ ਨਹੀਂ, ਲੇਕਿਨ ਉਹ ਆਹਿਸਤਾ ਆਹਿਸਤਾ ਕੀ ਹੁੰਦਾ ਕਿ ਉਹ ਖਲਾ ਜਿਹੜਾ ਨਾ ਫੁਰਤ ਨਹੀਂ ਹੁੰਦਾ, ਲੇਕਿਨ ਨਾ ਉਹ ਔਰ ਚੀਜ਼ਾਂ ਵਿੱਚ ਐਡ ਹੋ ਜਾਂਦੀਆਂ ਨੇ, ਉਹ ਆਹਿਸਤਾ ਆਹਿਸਤਾ ਪਿੱਛੇ ਜਾਂਦਾ। ਉਹ ਕਦੀ ਫਿਰ ਬੈਠਾ ਯਾਦ ਆਉਂਦੇ ਨੇ, ਦੁਆ ਤੋਂ ਨਿਕਲਦੇ ਨੇ, ਚਲੋ ਫਿਰ ਉਹਨਾਂ ਵਾਸਤੇ ਦੁਆ ਕੀਤੀ ਤੇ ਫਿਰ ਆਪਣੇ ਕੰਮ ਰੂਟੀਨ ਤੇ ਰੂਟੀਨ। ਮੈਨੂੰ ਜਦੋਂ ਮੇਰੇ ਵਾਲ ਸਾਹਿਬ ਦੀ ਡੈਥ ਹੋਈ ਤੇ ਮੈਂ ਇੱਕਦਮ ਸਿੰਗਿੰਗ ਛੱਡਤੀ। 2-3 ਸਾਲ ਤੱਕ ਮੈਂ ਯਾਨੀ ਕਿ ਡਾਵਾਂ ਡੋਲ ਹੀ ਇਸ ਤਰ੍ਹਾਂ ਲੱਗੇ ਕਿ ਜਿਵੇਂ ਮੇਰੇ ਸਪੋਰਟ ਹੀ ਤੋਂ ਨਹੀਂ, ਮੈਂ ਕਿਹਾ ਲਾਵਾਂ। ਫਿਰ ਆਹਿਸਤਾ ਆਹਿਸਤਾ ਫਿਰ ਵਕਤ ਬੰਦੇ ਨੂੰ ਮਜ਼ਬੂਤ ਕਰ ਦਿੰਦਾ। ਅੱਛਾ, ਫਿਰ ਫਿਲਮ ਵਾਲੇ ਪਾਸੇ ਤੁਸੀਂ ਆਏ। ਬਿਲਕੁਲ। ਤੇ ਇਸ ਜਿਹੜੀ ਫਿਲਮ ਕਰਦੇ ਇਸ ਟਾਈਮ ਜੀ ਇੱਕ ਚੱਲ ਰਹੀ ਹੈ ਮੇਰੀ ਇੱਕ ਰਿਸ਼ਤਾ। ਸਿਰਫ ਇੱਕ ਰਿਸ਼ਤਾ ਤਾਂ ਇੱਕ ਨਵੀਂ ਫਿਲਮ ਤੇ ਕੰਮ ਹੋ ਰਿਹਾ ਹਾਲੀ 2 ਦਿਨ ਪਹਿਲੇ ਮੇਰੀ ਗੱਲ ਵੀ ਹੋਈ ਅਰਬਾਜ਼ ਖਾਨ ਸਾਹਿਬ ਨਾਲ। ਚੱਲ ਰਿਹਾ ਪ੍ਰੋਜੈਕਟ, ਦੇਖੋ ਇਨਸ਼ਾਅੱਲਾ ਉਹ ਜਿੱਦਾਂ ਹੀ ਕੰਪਲੀਟ ਹੁੰਦਾ ਤੇ ਫਿਰ ਉਹ ਮੈਂ ਵੀ ਉਸ ਨੂੰ ਦੱਸਾਂਗੀ ਕਿ ਸਿਲਸਿਲਾ ਚੱਲ ਰਿਹਾ। ਉਹ ਵੀ ਹਾਲੀ ਪ੍ਰੋਸੈਸ 'ਚ ਹੈ ਕਿਉਂਕਿ ਅੱਜ ਕੱਲ੍ਹ ਥੋੜ੍ਹਾ ਮੈਂ ਰੈਸਟ 'ਤੇ ਹਾਂ ਤੇ ਇਨਸ਼ਾਅੱਲਾ ਠੀਕ ਹੋ ਕੇ ਤੇ ਫਿਰ ਤੋਂ ਦੁਬਾਰਾ ਸਟਾਰਟ ਕੰਮ ਹੋ ਕੇ ਹੋ ਸਕਦਾ। ਮੈਂ ਅਗਲੇ ਦਿਨ ਬਾਰੀ ਸਟੂਡੀਓ ਗਿਆ ਸੀ। ਅੱਛਾ। ਤੇ ਉੱਥੇ ਤਕਰੀਬਨ ਕੁਝ 14 ਫੁੱਟ ਦੀ ਫਲੈਕਸ ਲੱਗੀ ਸੀ, ਨੈਣਾ ਸੁਨੈਨਾ ਦੀ ਫੋਟੋ ਲੱਗੀ ਸੀ ਤੇ ਲਿਖਿਆ ਸੀ ਟਰਸਟ ਇਨ ਲਵ। ਹਾਂ, ਇੱਕ ਇਹ ਵੀ ਹੈ, ਇਹਦਾ ਵੀ ਪ੍ਰੋਜੈਕਟ ਚੱਲ ਰਿਹਾ। ਇਹਦੇ ਹਾਲੀ 2-3 ਗਾਣੇ ਜਿਹੜੇ ਆ ਉਹ ਅਸੀਂ ਕੰਪਲੀਟ ਕਰ ਲਏ ਤੇ ਬਾਕੀ ਉਹਦੀ ਜਿਹੜੀ ਸਟੋਰੀ ਵਗੈਰਾ ਉਹ ਤੇ ਹਾਲੀ ਕੰਮ ਕਰਨਾ ਬਾਕੀ ਹੈ ਤੇ ਉਹ ਮਤਲਬ ਪ੍ਰੋਸੈਸ ਹਾਲੀ ਆਏ ਨਹੀਂ ਆ। ਹਾਂ, ਤੇ ਜਿੱਦਾਂ ਹੀ ਹੋ ਜਾਂਦਾ ਕਿਉਂਕਿ ਉਹਦੀ 1-2 ਹੀਰੋਇਨਸ ਜਿਹੜੀਆਂ ਸਾਨੂੰ ਉਹਦੇ 'ਚ 2-3 ਲੜਕੀਆਂ ਸੀਗੀਆਂ, ਉਹ ਸਾਰੀ ਚੀਜ਼ ਉਹ ਹਾਲੀ ਰਹਿੰਦੀ। ਕਾਸਟ ਜਿਹੜੀ ਉਹਦੀ ਥੋੜੀ ਜਿਹੀ ਸਾਨੂੰ ਲੱਭਣ ਦੀ ਜ਼ਰੂਰਤ ਹੈ ਤੇ ਮੈਂ ਕਿਉਂਕਿ ਅੱਜ ਕੱਲ੍ਹ ਘਰ ਹਾਂ, ਇਸ ਕਰਕੇ ਉਹ ਮੈਂ ਜਦੋਂ ਤੱਕ ਡਿਸਾਈਡ ਨਾ ਕਰਾਂ, ਕਿਉਂਕਿ ਉਹ ਮੈਂ ਆਪਣੇ ਆਫਿਸ ਦੀ ਮੈਨੇਜਿੰਗ ਡਾਇਰੈਕਟਰ ਵੀ ਹਾਂ ਮੂਨ ਪ੍ਰੋਡਕਸ਼ਨ ਦੀ, ਤੇ ਤਾਂ ਕਰਕੇ ਉਹ ਫਿਰ ਮੇਰੇ ਮਸ਼ਵਰੇ ਦੇ ਨਾਲ ਹੀ ਸਾਰਾ ਕੁਝ ਹੋਣਾ ਹੁੰਦਾ। ਉਹ ਮੈਂ ਜਦੋਂ ਤੱਕ ਘਰ ਹੈ ਉਹ ਅੱਗੇ ਨਹੀਂ ਵੱਧ ਸਕਦਾ ਕੰਮ। ਠੀਕ ਠੀਕ, ਯਾਨੀ ਕਿ ਫਿਲਮ ਇੱਕ ਤਰ੍ਹਾਂ ਦੀ ਤੁਸੀਂ ਹੀ ਕਰਨੀ ਹੈ। ਹਾਂ ਬਿਲਕੁਲ, ਇੱਦਾਂ ਹੀ ਉਹ ਵੀ ਕਰਨੀ ਹੈ। ਅੱਛਾ, ਐਡੀ ਵਧੀਆ ਪੰਜਾਬੀ, ਯਾਨੀ ਕਿ ਜਿਹੜੀ ਸਾਡੀ ਪੰਜਾਬੀ ਹੈ ਨਾ, ਜਿਹੜੀ ਅਸੀਂ ਬੋਲਦੇ ਹਾਂ ਲਾਹੌਰ, ਸ਼ੇਖਪੁਰਾ, ਕਸੂਰ, ਆ ਮਿਕਸ ਆ ਐਕਚੁਅਲੀ। ਜਿਹੜੀ ਅਸੀਂ ਨਾਰਮਲੀ ਬੋਲਦੇ ਆ ਨਾ, ਇਹ ਮਿਕਸ ਪੰਜਾਬੀ ਹੈ ਜਿਹੜੀ ਨਾਰਮਲ ਬੋਲਦੇ, ਕਿਤੋਂ ਉਰਦੂ ਦੇ ਵਰਡ ਪਾ ਲੇ, ਕਿਤੋਂ ਇੰਗਲਿਸ਼ ਦੇ ਪਾ ਲੇ ਤੇ ਉਹਨੂੰ ਇੱਕ ਬੜਾ ਸਵਿਫਟੀਕੇਟਡ ਜਿਹਾ ਰੰਗ ਦੇ ਕੇ ਨਾ ਮੂੰਹ ਕੱਢ ਦੇਈਦਾ, ਉਹ ਇੱਕ ਅਲੱਗਾ ਪੰਜਾਬੀ ਹੈ। ਇਹ ਜਿਹੜੀ ਮੈਂ ਪੰਜਾਬੀ ਬੋਲਦੀ ਆ, ਇਹ ਸਾਡੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਜਿਹੜਾ ਪੰਜਾਬ ਹੁੰਦਾ ਸੀ, ਇਹ ਉਹ ਪੰਜਾਬੀ ਹੈ। ਇਹਨੂੰ ਠੇਠ ਪੰਜਾਬੀ ਕਿਹਾ ਜਾਂਦਾ। ਹਾਂ, ਠੇਠ ਪੰਜਾਬੀ ਵੀ ਕਹਿ ਸਕਦੇ ਆ ਤੁਸੀਂ। ਤੇ ਇਹ ਉਹ ਪੰਜਾਬੀ ਜਿਹੜੀ ਆਲ ਓਵਰ ਪੂਰੇ ਪੰਜਾਬ 'ਚ ਬੋਲੀ ਜਾਂਦੀ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ। ਠੀਕ ਹੈ। ਅੱਛਾ, ਅੱਜ ਵੀ ਜਿਹੜੇ ਲੋਕ ਮੁਹਾਜਰ ਨੇ ਨਾ, ਜਿਹੜੇ ਉਧਰੋਂ ਆਏ ਨੇ, ਹਾਂ, ਤੇ ਇਸ ਤਰ੍ਹਾਂ ਬੋਲਦੇ ਨੇ ਕਾਫੀ ਇਲਾਕਿਆਂ 'ਚ ਲੋਕ, ਇਸ ਤਰ੍ਹਾਂ ਬੋਲਦੇ ਨੇ। ਮਤਲਬ ਸਿੱਖ ਹੋ ਗਏ ਜਿਹੜੇ ਸਾਡੇ ਨਾਲ ਵਾਲੇ ਪਾਸੇ ਰਹਿੰਦੇ ਆ, ਤੇ ਜਿਹੜੇ ਨਨਕਾਣੇ ਵਾਲੇ ਰਹਿੰਦੇ ਆ ਸਿੱਖ, ਫੈਸਲਾਬਾਦੀ ਹੋ ਗਏ, ਕੋਲ ਦਾ ਏਰੀਆ ਲੱਗਦਾ, ਉਹ ਸਾਰੇ ਮਤਲਬ ਇਦਾਂ ਹੀ ਉਹਨਾਂ ਦੀ ਵੀ ਲੈਂਗੁਏਜ ਜਿਹੜੀ ਹੈ ਨਾ, ਐਕਸੈਂਟ ਇਦਾਂ ਦਾ ਹੀ ਹੈ। ਹਾਂ, ਲੇਕਿਨ ਉਹ ਥੋੜਾ ਜਿਹਾ ਹੋਰ ਚੇਂਜ ਆ। ਜੀ ਜੀ, ਉਹ ਥੋੜਾ ਜਿਹਾ ਚੇਂਜ ਆ, ਮਤਲਬ ਫੈਸਲਾਬਾਦੀ ਹੋਰ ਤਰ੍ਹਾਂ ਬੋਲਣਗੇ। ਜੀ ਜੀ। ਤੇ ਇਹ ਜਿਹੜੀ ਇਹ ਪੰਜਾਬੀ ਹੈ, ਇਹ ਪੰਜਾਬ ਦੀ ਪੰਜਾਬੀ ਹੈ। ਜੀ ਜੀ, ਠੇਠ ਪੰਜਾਬ ਦੀ ਪੰਜਾਬੀ ਹੈ ਵਾਲੀ ਜਿਹੜੀ ਤੁਸੀਂ ਬੋਲਦੇ, ਉਹ ਮੇਰੇ ਅੰਦਰੋਂ ਆਪ ਹੀ, ਮਤਲਬ ਮੈਂ ਉਰਦੂ ਬੋਲਦੀ ਸੀ। ਮੈਂ ਬਚਪਨ ਤੋਂ ਸਕੂਲਾਂ 'ਚ ਜਿੱਦਾਂ ਮੰਮੀ ਡੈਡੀ 'ਚ ਮਾਹੌਲ ਹੁੰਦਾ ਕਿ ਇਹ ਕਰ ਲਿਆ ਹੈ, ਉਹ ਕਰ ਲਿਆ ਹੈ, ਅੱਛਾ ਜੀ, ਇਹ ਉਰਦੂ ਹੀ ਵਿੱਚ ਬੋਲਦੇ ਸਾਂ ਘਰ 'ਚ। ਹੱਥਾਂ ਕਿ ਮੇਰੇ ਅੰਮੀ ਅੱਬੂ ਜਿਹੜੇ ਸਨ ਉਹ ਪੰਜਾਬੀ 'ਚ ਗੱਲ ਕਰਦੇ ਸੀ ਤੇ ਅਸੀਂ ਜਿਹੜੀਆਂ ਭੈਣ ਭਰਾ ਅੱਗੋਂ ਉਰਦੂ 'ਚ ਜਵਾਬ ਦੇਈਦਾ ਸੀ। ਇਹੀ ਟ੍ਰੈਂਡ ਚੱਲ ਰਿਹਾ ਸੀ ਤੇ ਕਾਫੀ ਅਰਸਾ ਮੈਂ ਉਰਦੂ ਹੀ ਪ੍ਰੋਗਰਾਮ ਕਰਦੀ ਰਹੀ ਹਾਂ ਟੀਵੀ ਤੇ। 3 ਸਾਲ ਉੱਧਰ ਕੀਤਾ, ਫਿਰ ਅੱਗੋਂ ਸਾਲ ਕੀਤਾ, 4 ਸਾਲ ਮੈਂ ਜਿਹੜਾ ਹੋਸਟਿੰਗ ਕੀਤੀ ਉਰਦੂ 'ਚ ਹੀ ਕੀਤੀ। ਲੇਕਿਨ ਜਦੋਂ ਮੈਂ ਆਪਣਾ ਚੈਨਲ ਸਟਾਰਟ ਕੀਤਾ, ਫਿਰ ਮੈਂ ਇੱਕ STN ਜਿਸ ਪੰਜਾਬੀ ਹੋਰਾਂ ਦਾ ਚੈਨਲ ਤੁਹਾਨੂੰ ਪਤਾ ਹੈਗਾ, ਉਹਨਾਂ ਨਾਲ ਜਦੋਂ ਮੈਂ ਫਿਰ ਸਟਾਰਟ ਕੀਤਾ ਪੰਜਾਬੀ ਦਾ, ਤੇ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਕੰਮ ਕੀਤਾ, ਫਿਰ ਪੰਜਾਬੀ ਮੁਸ਼ਾਇਰੇ ਅਟੈਂਡ ਕੀਤੇ ਪੰਜਾਬੀ 'ਚ। ਫਿਰ ਮੈਂ ਆਪਣਾ ਇੱਕ ਚੈਨਲ ਬਣਾਇਆ, ਫਿਰ ਫੇਸਬੁੱਕ ਦਾ ਮੈਂ ਚੈਨਲ ਬਣਾਇਆ ਪੰਜਾਬੀ ਲਵਰਸ ਦੇ ਨਾਂ ਤੋਂ। ਤਾਂ ਉਹ ਫਿਰ ਕੰਮ ਜਿਹੜਾ ਪੰਜਾਬੀ ਦਾ ਨਾ, ਮੇਰੇ ਅੰਦਰੋਂ ਆਪੀ ਫਿਰ ਆ ਪੰਜਾਬੀ ਨਿਕਲਣ ਲੱਗ ਪਈ। ਠੀਕ ਹੋ ਗਿਆ, ਜਿੰਨ ਕਿ ਪਤਾ ਚੱਲ ਗਿਆ ਕਿ ਅਸਲ ਪੰਜਾਬੀ ਇਹੋ ਹੀ ਹੈ। ਹਾਂ, ਤੇ ਸਾਡੀ ਮਿੱਟੀ ਦੇ ਵਿੱਚ ਹੈ, ਸਾਡੇ ਅੰਦਰ ਖਮੀਰ 'ਚ ਹੈ। ਇਹ ਸਾਡੇ ਖਮੀਰ ਦੀ ਪੰਜਾਬੀ ਹੈ ਜਿਹੜੀ ਸਾਡੇ ਅੰਦਰੋਂ ਨਿਕਲਦੀ ਹੈ। ਇਹ ਤੁਸੀਂ ਹੁਣੀ ਮਤਲਬ ਆਪਣੇ
ਉਤੋਂ ਜਿਹੜਾ ਲਬਾਦਾ ਲਾ ਦਿਓ, ਇੱਕ ਲੋਕਾਂ ਨੂੰ ਜੱਗ ਹਸਾਈ ਦਾ ਜੱਗ ਵਿਖਾਈ ਦਾ ਜਿਹੜਾ ਇੱਕ ਲਬਾਦਾ ਸੀ ਉਹਦਾ ਹੁੰਦਾ ਨਾ, ਤੇ ਅੰਦਰੋਂ ਤੁਸੀਂ ਆਹ ਹੀ ਨਿਕਲੋਗੇ ਜੋ ਮੈਂ ਬੋਲਦੀ ਹਾਂ ਬਿਲਕੁਲ ਇਦਾਂ ਹੀ ਤਾਂ ਮੈਂ ਲੋਕਾਂ ਨੂੰ ਕਹਿੰਦੀ ਵੀ ਮੈਂ ਨਾ ਇਹ ਸਟਾਈਲ ਸਟੂਲ ਜਿਹੜੇ ਹੁੰਦੇ ਆ ਮੈਨੂੰ ਵਧੀਆ ਨਹੀਂ ਲੱਗਦੇ ਜੇ ਜੋ ਹੋ ਤੁਸੀਂ ਉਂਝ ਬੋਲੋ ਖੁੱਲ ਕੇ। ਨਹੀਂ ਪੰਜਾਬੀ ਬਹੁਤ ਖੂਬਸੂਰਤ ਜ਼ਬਾਨ ਆ, ਇਹ ਤੇ ਸਿਰਫ ਨਾ ਅਕਸਰ ਮੇਰੇ ਦੋਸਤ ਨੇ ਉਹ ਕਹਿੰਦੇ ਯਾਰ ਤੂੰ ਘਰ ਬੱਚਿਆਂ ਨੂੰ ਪੰਜਾਬੀ ਬੋਲਣਾ, ਉਰਦੂ ਬੋਲਿਆ ਕਰ, ਤੇ ਮੈਂ ਲੜ ਪੈਣਾ, ਮੈਂ ਕਿਹਾ ਵੀ ਉਹਨਾਂ ਨੂੰ ਪੰਜਾਬੀ ਚ ਕੋਈ ਕੱਜ ਤੇ ਦੱਸੋ ਕੱਢ ਕੇ ਵੀ ਇਹ ਕੱਜ ਦੇ ਚ ਨੁਕਸੇ ਇਸ ਲਈ ਨਹੀਂ ਬੋਲਣੀ, ਐਡੀ ਖੂਬਸੂਰਤ ਜ਼ਬਾਨ ਸਾਡੀ। ਤੇ ਫਿਰ ਅਸੀਂ ਲੋਕ ਅੱਛਾ ਇੱਕ ਗੱਲ ਹੋਰ ਗੱਲਾਂ ਚ ਗੱਲ ਨਿਕਲ ਆਈ, ਸਾਡੇ ਵੱਡੇ ਆਪਸ ਹੁਣ ਅਸੀਂ ਵੀ ਖੁਦ ਵੱਡੇ ਬੱਚੇ ਮੇਰੇ, ਅਸੀਂ ਆਪਸ ਚ ਪੰਜਾਬੀ ਚ ਗੱਲ ਕਰ ਰਹੇ ਹਾਂ ਦੋਨਾਂ ਮੀਆਂ ਬੀਵੀ, ਅੱਛਾ ਬੱਚੇ ਨਾਲ ਉਰਦੂ ਚ ਬੋਲ ਰਹੇ ਹਾਂ, ਬੇਟਾ ਕੀ ਕਰ रहे हैं, अच्छा ये कर लो पहले, हाँ तू कितने चलना है ਬੱਚਾ ਡਬਲ ਮਾਈਂਡਡ ਹੈ ਕਿ ਇਹ ਮੇਰੇ ਨਾਲ ਹੋਰ ਤਰ੍ਹਾਂ ਬੋਲਦੇ ਨੇ ਤੇ ਆਪਸ ਹੋਰ ਤਰ੍ਹਾਂ ਬੋਲਦੇ ਨੇ, ਠੀਕ ਹੈ। ਉਹ ਬੱਚੇ ਨੇ ਸਕੂਲ ਛੱਡ ਕੇ ਆਨੇ ਤਾਂ ਉੱਥੇ ਕਹਿੰਦੇ ਨੇ ਇੰਗਲਿਸ਼ ਬੋਲਣੀ, ਹਾਂ ਉੱਥੇ ਉਸ ਬੱਚੇ ਨੂੰ ਇੰਗਲਿਸ਼ ਬੋਲਣੀ ਪੈ ਰਹੀ ਮਜਬੂਰਨ, ਉਹ ਯੈਸ ਮਿਸ ਮੇ ਆਈ ਗੋ ਟੂ ਵਾਸ਼ਰੂਮ ਫਲਾਣਾ, ਉੱਥੇ ਇੰਗਲਿਸ਼ ਬੋਲਦੀ ਪਈ ਹੈ। ਉਹ ਘਰ ਆਂਦੀ ਤੇ ਅੰਮੀ ਅੱਬਾ ਤੇ ਬਾਕੀ ਦਾਦੀ ਦਾਦਾ ਸਾਰੇ ਆਪਸ ਵਿੱਚ ਪੰਜਾਬੀ 'ਚ ਗੱਲ ਕਰ ਰਹੇ ਨੇ ਤੇ ਮੇਰੇ ਨਾਲ ਉਰਦੂ 'ਚ ਗੱਲ ਕਰਦੇ ਪਏ ਨੇ। ਉਹ ਬੱਚਾ ਬਾਅਦ 'ਚ ਜਾਂਦਾ ਹੈ ਮਦਰਸੇ ਪੜ੍ਹਨ ਵਾਸਤੇ, ਉੱਥੇ ਕਹਿੰਦੇ ਅਰਬੀ ਬੋਲਣੀ। ਇਹ ਤੁਹਾਡੀ ਜਿਹੜੀ ਸਾਰੀ ਗੱਲ ਹੈ ਨਾ ਇਹਦਾ ਇਹੀ ਨਿਚੋੜ ਹੈ ਕਿ ਤੁਸੀਂ ਦੇਖੋ ਕਿ ਇਹ ਜਿਹੜਾ ਤਬਦੀਲੀ ਵਾਲਾ ਪਾਕਿਸਤਾਨ ਆਇਆ ਇਹਦੇ 'ਚ ਕੌਮ ਕਿੱਡੀ ਪਜ਼ਲ ਹੋਈ ਫਿਰਦੀ ਆ, ਇਸੇ ਕਰਕੇ ਕੌਮ ਪਜ਼ਲ ਹੋਈ ਫਿਰਦੀ ਆ, ਡਬਲ ਮਾਈਂਡਡ ਹੋ ਗਈ, ਉਹਨੂੰ ਸਮਝ ਹੀ ਨਹੀਂ ਆਉਂਦੀ ਮੈਂ ਹੈ ਕੀ ਆ, ਮੈਂ ਕਰਨਾ ਕੀ ਹੈ, ਕੁਝ ਸਮਝ ਨਹੀਂ ਆਉਂਦੀ। ਕਿਹਨੂੰ ਸਮਝ ਨਹੀਂ ਆਉਂਦੀ ਸੀ ਕੌਮ? ਤਬਦੀਲੀ ਵਾਲੀ ਕੌਮ। ਨਹੀਂ ਇਸ ਤਰ੍ਹਾਂ ਹੈ, ਉਹ ਤੁਹਾਡਾ ਜਿਹੜਾ ਇਸ ਪੀਐਮ ਸਾਹਿਬ ਨੇ ਨਾ ਇਸ ਗੱਲ ਤੁਹਾਡੇ ਨਹੀਂ ਕਹਿਣਾ ਸਾਡੇ ਮੁਸ਼ਤਰਕਾ ਸਾਡੇ ਕਹਿਣ ਲੱਗੇ ਵੀ ਮੈਨੂੰ ਸ਼ਰਮ ਜੀ ਆਉਂਦੀ ਵੀ ਅਸੀਂ ਕਿਹਨੂੰ ਪੀਐਮ ਰੱਖ ਬੈਠੇ ਆ, ਐ ਤੇ ਪੀਐਮ ਕਿਹਨੂੰ ਰੱਖ ਬੈਠੇ ਆ, ਮੰਨਣਾ ਤੇ ਪੈਣਾ ਹੀ ਹਾਂ, ਬਣ ਜੂ ਗਏ ਨੇ ਉਹ। ਤੇ ਇਹ ਤੇ ਗੱਲ ਹਾਲੇ ਤੱਕ ਉਹਨਾਂ ਨੂੰ ਸਮਝ ਨਹੀਂ ਆਈ ਵੀ ਅਸੀਂ ਕਰਨਾ ਕੀ ਹੈ, ਤੇ ਤੁਹਾਨੂੰ ਮੈਨੂੰ ਕਿਵੇਂ ਆ ਜਾਏਗੀ ਜਿਹਦੇ ਨਾਲ ਮਸ਼ੀਰ ਵੀ ਮੈਂ 160 ਤੇ ਮਸ਼ੀਰ ਨੇ ਮਸ਼ਵਰਾ ਦੇਣ ਵਾਲੇ, ਤੇ ਤਾਂ ਵੀ ਸਮਝ ਨਹੀਂ ਆ ਰਹੀ ਵੀ ਹੁਣ ਅੱਗੇ ਕੀ ਕਰਨਾ ਹੈ। ਇਹ ਨਾ ਹਿਸਾਬ ਉਹੀ ਹੈ, ਇੱਕ ਵਾਰੀ ਨਾ ਜੰਗਲ ਦਾ ਨਾ ਇਲੈਕਸ਼ਨ ਜੇ ਹੋਣ ਡਏ ਸੀ ਤਾਂ ਉਹਨਾਂ ਕੀ ਕੀਤਾ, ਉਹਨਾਂ ਕਿਹਾ ਕਿ ਇਸ ਦਫਾ ਨਾ ਸ਼ੇਰ ਤੇ ਜੰਗਲ ਦਾ ਬਾਦਸ਼ਾਹ ਹੀ ਹੁੰਦਾ, ਉਹਨਾਂ ਕਿ ਸ਼ੇਰ ਨੂੰ ਨਹੀਂ ਮੰਨਦੇ ਅਸੀਂ, ਯਾਨੀ ਕਿ ਜੰਗਲ ਦੀ ਜਮਹੂਰੀਅਤ ਆ ਗਈ, ਜਮਹੂਰੀਅਤ ਆਣੀ ਚਾਹੀਦੀ ਹੈ, ਵੋਟਾਂ ਪਾਓ। ਉਹ ਵੋਟਾਂ ਪਾਈਆਂ ਤੇ ਉਹ ਬਾਂਦਰ ਦੀ ਪਰਚੀ ਨਿਕਲ ਆਈ। ਵਾਹ 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 ਵਾਹ। ਉਹਨਾਂ ਕਿਹਾ ਲੈ ਬਈ ਇਹ, ਉਹਨਾਂ ਕਿਹਾ ਮੰਨਣਾ ਤੇ ਪੈਣਾ ਵੀ ਹੁਣ ਜਮਹੂਰੀਅਤ ਜੋ ਲਿਆਣੀ ਹੈ ਤੇ ਮੰਨਣਾ ਤੇ ਪੈਣਾ ਵੀ ਫੈਸਲਾ। ਉਹਨਾਂ ਕਿਹਾ ਚਲੋ ਜੀ ਠੀਕ ਹੈ ਜੀ ਬਾਦਸ਼ਾਹ ਸਲਾਮਤ, ਤੁਸੀਂ ਅੱਜ ਬਾਦਸ਼ਾਹ। ਉਹਨੇ ਕਿਹਾ ਵਾਹ, ਖੁਸ਼ ਹੋ ਗਿਆ, ਬੜੀ ਟੋਪੀ ਸ਼ੋਪੀ ਪਾਈ ਉਹਨੇ ਆਪਣੇ ਸਿਰ ਤੇ ਬਾਂਦਰ ਨੇ, ਲੋ ਜੀ ਫੁਦਕਦਾ ਫਿਰ ਕਦੀ ਉਹ ਡਾਲੀ ਤੇ ਕਦੀ ਉਹ ਡਾਲੀ ਹੈ ਜੀ। ਉਹਨਾਂ ਜੰਗਲ ਦੇ ਜਾਨਵਰਾਂ ਕਿਹਾ ਚਲੋ ਕੋਈ ਗੱਲ ਨਹੀਂ, ਇਹਦਾ ਹੱਕ ਹੈ, ਖੁਸ਼ੀ ਮਨਾਵੇ, ਉਹਦੀ ਨੇਚਰ ਵੀ ਇਹੀ। ਉਹ ਇੱਕ ਦਿਨ ਲੱਗ ਗਈ ਜੰਗਲ ਚ ਅੱਗ, ਲੋ ਜੀ ਇੱਕ ਜਾਨਵਰ ਨਸਾ ਨਸਾ ਜ਼ਰਾਫਾ ਆ ਗਿਆ ਨਸਾ, ਕਹਿੰਦਾ ਜੀ ਬਾਦਸ਼ਾਹ ਸਲਾਮਤ ਜੰਗਲ ਚ ਅੱਗ ਲੱਗ ਗਈ। ਉਹ ਕਹਿੰਦਾ ਓਹ ਹੋ ਅੱਗ ਲੱਗ ਗਈ। ਉਹਨਾਂ ਕਿਹਾ ਜੀ ਜੀ ਜੀ। ਉਹਨੇ ਛਾਲ ਮਾਰੀ, ਉਹ ਟਾਣੀ ਤੇ ਜਾ ਕੇ ਬੈਠਾ, ਅਗਲੀ ਤੇ ਗਿਆ ਅਗਲੀ, ਉਹਨੇ ਜ਼ਰਾਫੇ ਨੇ ਕਿਹਾ ਲੈ ਵੀ ਕੁਝ ਕਰਨ ਚੱਲਾ ਬਾਦਸ਼ਾਹ ਸਲਾਮਤ, ਬੜਾ ਛਾਲਾਂ ਬਹੁਤ ਜ਼ਿਆਦਾ ਛਾਲਾਂ ਮਾਰਦਾ ਕੁਝ ਕਰਨ ਲੱਗਾ। ਥੋੜੀ ਦੇਰ ਬਾਅਦ ਬਾਂਦਰ ਹੋਇਆ, ਉਹਨੇ ਕਿਹਾ ਠੀਕ ਹੋ ਗਿਆ ਠੀਕ ਹੋ ਗਿਆ। ਉਹ ਜ਼ਰਾਫਾ ਚਲਾ ਗਿਆ, ਉਹਨੇ ਉਹ ਥੋੜੀ ਦੇਰ ਬਾਅਦ ਰੇਛਾ, ਉਹਨੇ ਕਿਹਾ ਬਾਦਸ਼ਾਹ ਸਲਾਮਤ ਤੁਹਾਨੂੰ ਤਲਾਹ ਨਹੀਂ ਮਿਲੀ? ਉਹਨੇ ਕਿਹਾ ਕੀ ਹੋ ਗਿਆ? ਬਾਂਦਰ ਕਹਿੰਦਾ ਵੀ ਕੀ ਹੋਇਆ? ਉਹਨੇ ਕਿਹਾ ਜੰਗਲ 'ਚ ਅੱਗ ਲੱਗੀ ਪਈ ਹੈ। ਉਹਨੇ ਕਿਹਾ ਤੂੰ ਇੱਥੇ ਠਹਿਰ। ਉਹ ਛਾਲ ਮਾਰੀ, ਇੱਕ ਉਸ ਤੋਂ ਵੱਡੀ ਛਾਲ ਮਾਰੀ ਦਰਖਤ ਤੇ, ਦੂਜੇ ਤੇ, ਤੀਜੇ ਤੇ, 5 ਮਿੰਟ ਛਾਲਾਂ ਛੁੱਲਾਂ ਮਾਰੀਆਂ, ਵਾਪਸ ਆ ਗਿਆ ਤੇ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲੋ ਜੀ ਐਸੇ ਤਰ੍ਹਾਂ 2 ਜਾਨਵਰ ਆਏ 4 ਆਏ, ਉਹ ਇਕੱਠੇ ਹੋ ਗਏ ਸਾਰੇ। ਉਹਨਾਂ ਕਿਹਾ ਵੀ ਕੀਤਾ ਕੀ ਹੁੰਦਾ ਵੀ ਇੰਨੀ ਦੇਰ ਹੋ ਗਈ, ਜੰਗਲ ਸੜਨ ਵਾਲਾ ਹੋ ਗਿਆ ਤੇ ਬਾਦਸ਼ਾਹ ਸਲਾਮਤ ਤੁਹਾਨੂੰ ਦੱਸੀ ਜਾਂਦੇ ਆ, ਤੁਸੀਂ ਕੁਝ ਕਰਦੇ ਕਿਉਂ ਨਹੀਂ? ਕਹਿੰਦਾ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਹੈ, ਨਸ ਭੱਜ ਬੜੀ ਕੀਤੀ ਮੈਂ, ਹੁਣ ਮੈਂ ਕੀ ਕਰ ਸਕਦਾ, ਇਸ ਤੋਂ ਬਾਅਦ ਮੈਂ ਕੀ ਕਰ ਸਕਦਾ? ਤੁਸੀਂ ਭੱਜਣਾ ਨਹੀਂ ਵੰਦੇ ਪਏ, ਮੈਂ ਕਿੰਨੀ ਭੱਜਣਾ ਕਰ ਭੱਜਣਾ ਮੈਂ ਕਿੰਨੀ ਕਰਨਾ, ਭੱਜਣਾ ਸਾਡੇ ਪੀਐਮ ਕਿ ਮੇਰੀ ਭੱਜਣਾ ਚੈੱਕ ਕਰੋ ਤੁਸੀਂ, ਅੱਗ ਲੱਗੀ ਹੈ ਖਸਮਾਂ ਨੂੰ ਖਾਓ। ਸਾਡੇ ਪੀਐਮ ਸਾਹਿਬ ਇਹ ਵੈਸੇ ਮੈਂ ਇੱਕ ਗੱਲ ਸੁਣਾ ਰਹੀ ਸੀ, ਇਹਦੇ ਚ ਮੈਂ ਮੇਰਾ ਕਿਸੇ ਪਾਰਟੀ ਵੱਲ ਇਸ਼ਾਰਾ ਨਹੀਂ, ਉਂਝ ਜੀ ਮੈਂ ਇੱਕ ਗੱਲ ਸੁਣਾ ਰਹੀ ਸੀ, ਉਹਦੇ ਹਾਸੇ ਮਜ਼ਾਕ ਦੀ ਗੱਲ ਹੈ, ਹਾਸੇ ਮਜ਼ਾਕ ਦੀ ਗੱਲ। ਬਾਕੀ ਇਸ ਤਰ੍ਹਾਂ ਹੀ ਹੋ ਰਿਹਾ ਹੈ ਸਾਡੇ ਨਾਲ ਖੁਦ ਨਹੀਂ ਹੋ ਰਿਹਾ ਕਿ ਦੇਖੋ ਚਲੋ ਅਸੀਂ ਪੀਐਮ ਤੱਕ ਨਹੀਂ ਜਾਂਦੇ, ਅਸੀਂ ਸੀਐਮ ਤੱਕ ਚਲੇ ਜਾਂਦੇ, ਚਲੇ ਜਾਓ। ਇਹ ਸਾਡੇ ਤੇ ਜਿੱਥੋਂ ਤੱਕ ਜਾ ਸਕਦੇ ਹੋ ਤੁਸੀਂ ਉੱਥੋਂ ਤੱਕ ਚਲੇ ਜਾਓ। ਸੀਐਮ ਸਾਡੇ ਜਿਹੜੇ ਉਸਮਾਨ ਬੁਜ਼ਦਾਰ ਸਾਹਿਬ ਗੱਲ ਬਣੇ, ਇਹਨਾਂ ਦਾ ਇਹੀ ਨਾ ਹੈ ਨਾ ਇਹਨਾਂ ਦਾ? ਜੀ ਜੀ ਬੁਜ਼ਦਾਰ ਉਸਮਾਨ, ਕਿਉਂਕਿ ਅਸੀਂ ਉਹਨਾਂ ਨੂੰ ਬਹੁਤਾ ਨਾਮ ਹੀ ਨਹੀਂ ਸੁਣਿਆ ਹਾਲੇ ਤੱਕ ਉਹਨਾਂ ਦਾ, ਕੰਨਾਂ 'ਚ ਰਚਿਆ ਨਹੀਂ ਹਾਲੇ ਨਾ, ਤੇ ਉਹ ਖੜੇ ਹੋ ਕੀ ਨੇ ਇਹਦਾ ਪਤਾ ਕਰਾਉਣਾ ਪਏਗਾ, ਸਾਨੂੰ ਖੁਦ ਨਹੀਂ ਪਤਾ ਚੱਲਦਾ ਪਿਆ ਕਿ ਉਹ ਕੀ ਨੇ, ਵੀ ਕਿਤੇ ਨਜ਼ਰ ਆਉਣ, ਕਿਤੇ ਗੱਲ ਕਰਨ, ਕਿਤੇ ਬਾਹਰ ਪਬਲਿਕ 'ਚ ਨਿਕਲਣ, ਨੂੰ ਮਸਾਇਲ ਦਾ ਪਤਾ ਕਰਨ। ਉਹ ਮੇਰਾ ਖਿਆਲ ਅਸਲ ਗੱਲ ਪਤਾ ਕੀ, ਤੁਹਾਨੂੰ ਇੱਕ ਹੋਰ ਦੱਸਾਂ, ਖਾਨ ਸਾਹਿਬ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਬੱਤੀ ਨਹੀਂ ਲੱਗੀ। ਅੱਛਾ। ਤੇ ਜਿੱਥੇ ਹੁਣ ਰਹਿ ਰਹੇ ਨੇ ਉੱਥੇ ਵੱਡੇ ਟਰਾਂਸਫਾਰਮਰ ਲੱਗੇ ਨੇ। ਅੱਛਾ। ਤੇ ਏਸੀ ਵੀ ਲੱਗੇ ਹੋਏ ਨੇ, ਉਹ ਹਾਲੇ ਤੱਕ ਬੱਤੀ ਦਾ ਮਜ਼ਾ ਹੀ ਲੈ ਰਹੇ ਨੇ, ਬੱਤੀ ਦਾ ਮੇਰਾ ਖਿਆਲ ਹੈ। ਕਿਉਂਕਿ ਬਾਹਰ ਦੇਖੋ ਨਾ ਤੁਸੀਂ ਜਾ ਕੇ,
ਤੇ ਤੁਸੀਂ ਜਦੋਂ ਸ਼ਹਿਰ ਚੜੋਗੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਪੂਰਾ ਸ਼ਹਿਰ ਕੂੜੇ ਨਾਲ ਪਿਆ ਪਿਆ, ਕੂੜੇ ਬਿਲਕੁਲ। ਗੰਦ ਬੁਰੇ ਮਤਲਬ ਇਹ ਗੱਲ ਹੀ ਸਮਝ ਨਹੀਂ ਆਈ ਜਦੋਂ ਦਾ ਨਵਾਂ ਪਾਕਿਸਤਾਨ ਬਣਿਆ, ਨਵੇਂ ਪਾਕਿਸਤਾਨ ਚ ਏਡਾ ਕੂੜਾ, ਬੁਰਾ ਪਾਕਿਸਤਾਨ। ਗਟਰਾਂ ਦੇ ਪਾਣੀ, ਗਟਰ ਖੁੱਲ ਗਏ ਨੇ, ਸੜਕਾਂ 'ਚ ਖੱਡੇ ਪੈ ਗਏ ਨੇ। ਮਤਲਬ ਕਿ ਪੂਰੇ ਦਾ ਪੂਰਾ ਜਿਹੜਾ ਪੰਜਾਬ ਹੈ ਉਹ ਇੰਜ ਲੱਗਦਾ ਹੈ ਕਿ ਅਸੀਂ ਅੰਦਰੂਨ ਪਾਟੀ ਲਵਾਰੀ ਚ ਵੜ ਗਏ ਹਾਂ। ਠੀਕ ਹੈ, ਉਹਦੀ ਹਾਲਤ ਇੱਧਰ ਨਾਲੀਆਂ ਟੁੱਟੀਆਂ ਭੱਜੀਆਂ, ਉੱਚੀਆਂ ਨੀਚੀਆਂ ਸੜਕਾਂ, ਠੀਕ ਹੈ, ਖੱਡੇ ਪਏ, ਉਹਨਾਂ ਦਾ ਮਤਲਬ ਕੁਝ ਨਹੀਂ ਹੋ ਸਕਦਾ ਕਿਉਂਕਿ ਮਕਾਨ ਬਣੇ ਨੇ, ਨਾਲੀਆਂ ਬਣੀਆਂ ਨੇ, ਸੀਵਰੇਜ ਪੈ ਨਹੀਂ ਸਕਦਾ। ਇਹੀ ਹਾਲ ਹੁਣ ਪੂਰੇ ਲਾਹੌਰ ਦਾ ਬਣ ਗਿਆ, ਠੀਕ ਹੈ, ਜਿਹਨੂੰ ਪੈਰਿਸ ਕਿਹਾ ਜਾਂਦਾ ਸੀ, ਜਿਹਦੀ ਤਸ਼ਬੀਹ ਦਿੱਤੀ। ਮੈਂ ਜਦੋਂ ਦੁਬਈ ਗਈ ਹਾਂ ਤੇ ਮੈਂ ਦੁਬਈ ਵੇਖ ਕੇ ਤੇ ਮੈਂ ਉੱਥੇ ਜਿੰਨੇ ਵੀ ਮੇਰੇ ਫਰੈਂਡ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਡਾ ਜਿਹੜਾ ਲਾਹੌਰ ਹੈ ਉਹ ਦੁਬਈ ਤੋਂ ਕਈ ਗੁਣਾ ਵਧੀਆ ਹੈ, ਖੂਬਸੂਰਤ ਹੈ। ਸਿਰਫ ਇਹਦੇ 'ਚ ਇੱਕ ਬੁਰਜ ਖਲੀਫਾ ਨਹੀਂ ਗਾ ਤੇ ਵੱਡੀਆਂ ਬਿਲਡਿੰਗਾਂ ਨਹੀਂ ਗਿਆ, ਅਦਰਵਾਈਜ਼ ਸਾਡਾ ਲਾਹੌਰ ਜਿਹੜਾ ਹੈ